ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਗੱਲ ਕਰਾਂਗੇ ਸਰਕਾਰੀ ਚਿੱਠੀ ਦੀ। ਦਫ਼ਤਰੀ ਚਿੱਠੀ ਜਿਸ ਨੂੰ ਅਸੀਂ ਕਹਿੰਦੇ ਹਾਂ, ਜਿਹੜੀ ਕਿਸੇ ਅਧਿਕਾਰੀ ਨੂੰ ਲਿਖੀ ਜਾਂਦੀ ਹੈ। ਅਸੀਂ ਸਾਰੇ ਹੀ ਕਾਲਜ ਦੇ ਵਿੱਚ ਪੜ੍ਹਨ ਨੂੰ ਆਉਂਦੇ ਹਾਂ। ਜਿਹੜੀ ਸਾਡੀ ਟੀਚਿੰਗ ਦੇ ਨਾਲ ਸੰਬੰਧਿਤ ਸਾਰੀ ਸਮੱਸਿਆ ਉਹ ਅਸੀਂ ਚਿੱਠੀ ਕਿਸ ਨੂੰ ਲਿਖਦੇ ਹਾਂ? ਕਿਸ ਨੂੰ? ਪ੍ਰਿੰਸੀਪਲ ਨੂੰ। ਪ੍ਰਿੰਸੀਪਲ ਨੂੰ ਲਿਖਦੇ ਹਾਂ। ਜਿਹੜੀ ਸਾਡੀ ਦਿੱਕਤ ਆਉਂਦੀ ਹੈ, ਚਾਹੇ ਕਿਸੇ ਵੀ ਪ੍ਰਕਾਰ ਦੀ ਸਾਡੀ ਸਮੱਸਿਆ, ਲਾਇਬ੍ਰੇਰੀ ਦੇ ਵਿੱਚ ਬੈਠਣ ਦੀ ਵਿਵਸਥਾ ਦੀ ਗੱਲ ਕਰਦੇ ਹਾਂ, ਪੀਣ ਦੇ ਪਾਣੀ ਦੀ ਗੱਲ ਕਰਦੇ ਹਾਂ, ਜਦੋਂ ਸਾਨੂੰ DMC ਨਹੀਂ ਮਿਲਦੀ, ਸਾਡਾ ਰੋਲ ਨੰਬਰ ਨਹੀਂ ਆਉਂਦਾ, ਜਿੰਨੀ ਵੀ ਸਾਡੀਆਂ ਟੀਚਿੰਗ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੇ, ਉਹ ਅਸੀਂ ਚਿੱਠੀ ਲਿਖਦੇ ਹਾਂ ਆਪਣੇ ਪ੍ਰਿੰਸੀਪਲ ਨੂੰ, ਕਾਲਜ ਦੇ ਪ੍ਰਿੰਸੀਪਲ ਨੂੰ। ਸਪੋਜ਼ ਕਰੋ ਕਿਸੇ ਬੱਚੇ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਨਹੀਂ ਹੁੰਦੀ। ਰਜਿਸਟ੍ਰੇਸ਼ਨ ਅਸੀਂ ਯੂਨੀਵਰਸਿਟੀ ਤੋਂ ਕਰਵਾਉਂਦੇ ਹਾਂ ਆਪਣੀ। ਇੱਕ ਵਾਰ ਜਿਹੜਾ ਵਿਦਿਆਰਥੀ ਇੱਕ ਯੂਨੀਵਰਸਿਟੀ ਤੋਂ ਰਜਿਸਟਰਡ ਹੋ ਜਾਂਦਾ, ਉਸ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਹਰ ਸਾਲ ਕਰਵਾਉਣ ਦੀ ਲੋੜ ਨਹੀਂ ਹੁੰਦੀ। ਉਸੇ ਹੀ ਰਜਿਸਟ੍ਰੇਸ਼ਨ ਨੰਬਰ ਤੋਂ ਉਹ ਬੈਚਲਰ ਤੋਂ ਲੈ ਕਰਕੇ ਮਾਸਟਰ ਡਿਗਰੀ ਔਰ ਤੱਕ ਦੀ ਜਿਹੜੀ ਸਾਰੀ ਪੜ੍ਹਾਈ ਆ ਉਸੇ ਹੀ ਰਜਿਸਟ੍ਰੇਸ਼ਨ ਤੇ ਹੁੰਦੀ ਹੈ, ਭਾਵੇਂ ਅੱਗੇ ਵੀ ਉਹ PhD ਦੇ ਤੱਕ ਐਡਮਿਸ਼ਨ ਲੈਂਦਾ। ਸੋ ਰਜਿਸਟ੍ਰੇਸ਼ਨ ਇੱਕ ਯੂਨੀਵਰਸਿਟੀ ਦੇ ਵਿੱਚ ਇੱਕੋ ਹੀ ਵਾਰ ਹੁੰਦੀ ਹੈ। ਜਦੋਂ ਉਹ ਨਾ ਆਏ ਤਾਂ ਅਸੀਂ ਉਸ ਦੀ ਜਿਹੜੀ ਲਿਖਤ ਸਮੱਸਿਆ ਹੈ ਉਹ ਪ੍ਰਿੰਸੀਪਲ ਨੂੰ ਦਿੰਦੇ ਹਾਂ। ਇਸ ਤੋਂ ਪਹਿਲਾਂ ਮੈਂ ਚਿੱਠੀ ਬਾਰੇ ਸਮਝਾਵਾਂ ਤਾਂ ਚਿੱਠੀ ਦਾ ਪਹਿਲਾਂ ਅਸੀਂ ਚਿੱਠੀ ਆਖਦੇ ਕਿਸ ਨੂੰ ਹੈ? ਚਿੱਠੀ ਦਾ ਅਰਥ ਕੀ ਹੁੰਦਾ? ਜਿਹੜੀ ਗੱਲ ਅਸੀਂ ਆਪਣੀ ਜ਼ੁਬਾਨ ਤੋਂ ਬੋਲ ਕੇ ਨਾ ਬਿਆਨ ਕਰ ਸਕਣ, ਉਸ ਨੂੰ ਜਦੋਂ ਅਸੀਂ ਲਿਖਤੀ ਰੂਪ ਦੇ ਵਿੱਚ ਦੇ ਕਰਕੇ ਸਾਹਮਣੇ ਵਾਲੇ ਅਧਿਕਾਰੀ ਦੇ ਪੇਸ਼ ਕਰਦੇ ਹਾਂ, ਉਸ ਨੂੰ ਅਸੀਂ ਚਿੱਠੀ ਆਖਦੇ ਹਾਂ। ਇਹ ਦਫ਼ਤਰੀ ਚਿੱਠੀ ਹੈ। ਇਸ ਤੋਂ ਇਲਾਵਾ ਦੂਸਰੀ ਚਿੱਠੀ ਹੁੰਦੀ ਹੈ ਨਿੱਜੀ ਚਿੱਠੀ, ਜਿਹੜੀ ਕਿ ਆਪਣੇ ਰਿਲੇਸ਼ਨ ਦੇ ਵਿੱਚ ਅਸੀਂ ਲਿਖਦੇ ਹਾਂ। ਰਿਲੇਸ਼ਨ ਦਾ ਅਰਥ ਹੈ ਆਪਣੇ ਰਿਸ਼ਤੇ ਨਾਤੇ ਦੇ ਵਿੱਚ, ਭਾਵੇਂ ਕੋਈ ਵੀ ਰਿਸ਼ਤਾ ਹੈ, ਮਾਂ ਬਾਪ, ਭੈਣ ਭਰਾ, ਸਖਾ, ਮਾਮਾ ਨਾਨਾ, ਭਾਵ ਸਾਰੇ ਰਿਸ਼ਤੇ, ਉਹ ਸਾਡੀ ਨਿੱਜੀ ਘਰੇਲੂ ਚਿੱਠੀ ਹੁੰਦੀ ਹੈ। ਸੁੱਖ ਦੁੱਖ ਦੀ ਚਿੱਠੀ ਹੁੰਦੀ ਹੈ। ਇਸ ਦੇ ਵਿਪਰੀਤ ਜਿਹੜੀ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ, ਉਹ ਹੈ ਸਰਕਾਰੀ ਚਿੱਠੀ। ਸਰਕਾਰੀ ਚਿੱਠੀ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਆਪਣੀ ਕਿਸੇ ਵੀ ਗੱਲ ਨੂੰ, ਸਮੱਸਿਆ ਨੂੰ ਲਿਖ ਕਰਕੇ ਸੰਬੰਧਿਤ ਅਧਿਕਾਰੀ ਨੂੰ ਦਿੰਦੇ ਹਾਂ, ਜਿਸ ਦੇ ਨਾਲ ਸਾਡੀ ਸਮੱਸਿਆ ਜਿਹੜੀ ਹੈ ਉਹ ਹੱਲ ਹੁੰਦੀ ਹੈ, ਸੋਲਵ ਹੁੰਦੀ ਹੈ। ਭਾਵੇਂ ਬੈਂਕ ਨੂੰ ਚਿੱਠੀ ਲਿਖਣੀ ਹੋਏ, ਕਿਸੇ ਅਖਬਾਰ ਦੇ ਐਡੀਟਰ ਨੂੰ ਚਿੱਠੀ ਲਿਖਣੀ ਹੋਏ, ਡਾਕਖਾਨੇ ਨੂੰ ਚਿੱਠੀ ਲਿਖਣੀ ਹੋਏ, ਰੋਡਵੇਜ਼ ਨੂੰ ਚਿੱਠੀ ਲਿਖਣੀ ਹੋਏ, ਸਿੱਖਿਆ ਮੰਤਰੀ ਨੂੰ ਚਿੱਠੀ ਲਿਖਣੀ ਹੋਏ, ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖਣੀ ਹੋਏ, ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖਣੀ ਹੋਏ, ਭਾਵ ਜਿਹੜੀ ਕਿ ਅਧਿਕਾਰੀ ਅਮਲੇ ਦੇ ਨਾਲ ਸੰਬੰਧਿਤ ਚਿੱਠੀ ਹੈ, ਉਹ ਸਾਡੀ ਜਿਹੜੀ ਚਿੱਠੀ ਹੈ ਉਸਨੂੰ ਅਸੀਂ ਸਰਕਾਰੀ, ਗੈਰ ਸਰਕਾਰੀ, ਅਰਧ ਸਰਕਾਰੀ, ਇਹਨਾਂ ਨਾਵਾਂ ਦੇ ਨਾਲ ਜਾਣਦੇ ਹਾਂ। ਦਫ਼ਤਰੀ ਚਿੱਠੀ ਵੀ ਕਹਿੰਦੇ ਆ ਇਸ ਨੂੰ। ਜਦੋਂ ਅਸੀਂ ਕੋਈ ਵੀ ਫਾਰਮ ਵੀ ਭਰਦੇ ਹਾਂ, ਉਹ ਵੀ ਇੱਕ ਚਿੱਠੀ ਹੋਏ। ਇਹਨਾਂ ਚਿੱਠੀਆਂ ਦੀ ਸਪੋਜ਼ ਕਰੋ ਅਸੀਂ ਡਾਕੀਏ ਦੀ ਸ਼ਿਕਾਇਤ ਜਿਹੜੀ ਹੈ ਉਹ ਪੋਸਟ ਮਾਸਟਰ ਨੂੰ ਕਰਨੀ ਹੈ, ਸੰਬੰਧਿਤ ਨੂੰ, ਕਿ ਜਿਹੜਾ ਡਾਕੀਆ ਸਾਡੇ ਇਲਾਕੇ ਦੇ ਵਿੱਚ ਹੈ ਉਹ ਚਿੱਠੀਆਂ ਦੀ ਜਿਹੜੀ ਵੰਡ ਹੈ ਉਸ ਦੇ ਵਿੱਚ ਲਾਪਰਵਾਹੀ ਕਰਦਾ। ਡਾਕੀਆ ਚਿੱਠੀ ਵੰਡਣ ਵੇਲੇ ਲਾਪਰਵਾਹੀ ਕਰਦਾ। ਤਾਂ ਇਸ ਚਿੱਠੀ ਨੂੰ ਅਸੀਂ ਕਿਵੇਂ ਲਿਖਾਂਗੇ? ਸੇਵਾ ਵਿਖੇ। ਸੇਵਾ ਵਿਖੇ, ਹਿੰਦੀ 'ਚ ਅਸੀਂ ਸੇਵਾ में और अंग्रेजी 'ਚ ਅਸੀਂ टू ਕਰਕੇ ਉਸ ਨੂੰ ਮੈਂਸ਼ਨ ਕਰਦੇ ਹਾਂ। ਤਾਂ ਸੇਵਾ ਵਿਖੇ ਤੋਂ ਬਾਅਦ ਅਸੀਂ ਸੰਬੰਧਿਤ ਜਿਹੜਾ ਹੈ ਕਿਸ ਨੂੰ ਅਸੀਂ ਚਿੱਠੀ ਲਿਖਣੀ ਹੈ? ਪੋਸਟ ਮਾਸਟਰ ਜੀ ਨੂੰ। ਸੇਵਾ ਵਿਖੇ ਪੋਸਟ ਮਾਸਟਰ ਜੀ। ਔਰ ਫਿਰ ਹੁਣ ਹੁੰਦਾ ਜਨਰਲ ਪੋਸਟ ਆਫਿਸ। ਜਨਰਲ, ਇੱਥੇ ਜਰਨਲ ਕਈ ਬੋਲ ਦਿੰਦੇ ਆ, ਜਰਨਲ ਨਹੀਂ ਹੁੰਦਾ ਬੱਚਿਓ,
ਇਹ ਹੁੰਦਾ ਜਨਰਲ। ਜਨਰਲ ਦਾ ਅਰਥ ਹੁੰਦਾ ਆਮ, ਸਾਰਿਆਂ ਵਾਸਤੇ। ਜਨਰਲ ਪੋਸਟ ਆਫਿਸ ਹੁਣ ਆਪਣੇ ਨੇੜੇ ਬਰਵਾਲਾ, ਅਸੀਂ ਬਰਵਾਲੇ ਨੂੰ ਇਹ ਲਿਖਾਂਗੇ। ਜ਼ਿਲ੍ਹਾ ਪੰਚਕੂਲਾ, ਹਰਿਆਣਾ। ਇਸ ਤੋਂ ਬਾਅਦ ਅਸੀਂ ਕਿਆ ਲਿਖਣਾ ਬੇਟਾ? ਵਿਸ਼ਾ ਲਿਖਣਾ, ਜ਼ਰੂਰ ਲਿਖਣਾ ਵਿਸ਼ਾ। ਵਿਸ਼ੇ ਦੇ ਵਿੱਚ ਕੀ ਲਿਖਾਂਗੇ ਕਿ ਡਾਕੀਏ ਦੀ ਲਾਪਰਵਾਹੀ ਖਿਲਾਫ ਸ਼ਿਕਾਇਤ। ਡਾਕੀਏ ਦੀ ਲਾਪਰਵਾਹੀ ਖਿਲਾਫ ਸ਼ਿਕਾਇਤ, ਇਸ ਨੂੰ ਅਸੀਂ ਅੰਡਰਲਾਈਨ ਕਰਦੇ ਹਾਂ। ਵਿਸ਼ਾ ਜਿਹੜਾ ਸੇਵਾ ਵਿਖੇ ਬੇਟਾ ਅਸੀਂ ਜਿਸ ਨੂੰ ਚਿੱਠੀ ਲਿਖ ਰਹੇ ਉਹ ਹੈ। ਵਿਸ਼ੇ ਦੇ ਵਿੱਚ ਕੀ ਅਸੀਂ ਲਿਖਦੇ ਹਾਂ? ਜਿਹੜੀ ਸਾਡੀ ਸਮੱਸਿਆ, ਅਸੀਂ ਕਹਿਣਾ ਕੀ ਚਾਹੁੰਦੇ ਹਾਂ। ਵਿਸ਼ਾ ਲਿਖਣਾ ਕਿਉਂ ਜ਼ਰੂਰੀ ਹੈ? ਕਿਉਂਕਿ ਸਪੋਜ਼ ਕਰੋ ਸਾਡੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਬਰਵਾਲੇ ਦਾ ਪੋਸਟ ਮਾਸਟਰ ਹੈ, ਇਸ ਦੇ ਕੋਲੇ 50 ਪਿੰਡ ਹੋਣ, ਸਾਡੇ ਜਿੰਨੇ ਵੀ ਸਾਡੇ ਨੇੜੇ ਨੇ ਸਾਰੇ, ਇਹਨਾਂ ਸਾਰਿਆਂ ਦੀ ਚਿੱਠੀ ਇਸੇ ਪੋਸਟ ਆਫਿਸ ਤੋਂ ਵੰਡਦੀ ਹੋਏ ਤਾਂ ਦਿਨ ਦੇ ਵਿੱਚ ਇਹਦੇ ਕੋਲੇ 100 ਚਿੱਠੀਆਂ ਘੱਟੋ ਘੱਟ ਆਣਗੀਆਂ। ਜਿਵੇਂ ਸਾਡੇ ਕਾਲਜ ਦੇ ਵਿੱਚ ਆ, ਨੀਚੇ ਬਾਬੂ ਜੀ ਜਿਹੜੇ ਡੇਲੀ ਤੁਸੀਂ ਦੇਖਦੇ ਹੋਣੇ ਆ, ਦਫ਼ਤਰ ਦੇ ਵਿੱਚ ਜਦੋਂ ਕੋਈ ਅਸੀਂ ਗੱਲ ਕਰਦੇ ਕਿ ਜਿਹੜੀ ਚਿੱਠੀ ਹੈ ਤੁਸੀਂ ਦਫ਼ਤਰ ਦੇ ਕੇ ਆਓ, ਹੇਠਾਂ ਜਮ੍ਹਾਂ ਕਰਵਾਓ, ਤਾਂ ਦਫ਼ਤਰ ਦੇ ਵਿੱਚ ਇੱਕ ਚਿੱਠੀ ਜਿਹੜੀ ਹੁੰਦੀ ਹੈ ਉਸਨੂੰ ਅਸੀਂ ਰਸੀਟ ਕਰਦੇ ਹਾਂ, ਡੈਰੀ ਜਿਸ ਨੂੰ ਅਸੀਂ ਬੋਲਦੇ ਹਾਂ। ਜਿਹੜੀ ਵੀ ਚਿੱਠੀ ਆਉਂਦੀ ਹੈ ਉਹ ਡੈਰੀ ਹੁੰਦੀ ਹੈ। ਡੈਰੀ ਕੀ ਹੁੰਦੀ ਹੈ? ਉਸਦੇ ਉੱਪਰ ਨੰਬਰ ਲੱਗ ਜਾਂਦਾ ਕਿ ਜਿਹੜੀ ਚਿੱਠੀ ਤੁਹਾਡੀ ਆਈ ਹੈ ਉਸ ਦਾ ਸਪੋਜ਼ 501 ਨੰਬਰ ਹੈ ਔਰ ਉਸ ਦੇ ਹੇਠ ਜਿਹੜੀ ਡੇਟ ਹੈ 31/8/2020। ਇਸ ਦਾ ਇਹ ਜਿਹੜੀ ਚਿੱਠੀ ਹੈ ਰਜਿਸਟਰ ਦੇ ਵਿੱਚ ਐਂਟਰੀ ਹੋ ਜਾਏਗੀ, ਤੁਹਾਡੀ ਚਿੱਠੀ ਕਦੇ ਵੀ ਗੁੰਮ ਨਹੀਂ ਹੋਏਗੀ। ਔਰ ਸਮੱਸਿਆ ਸਾਡੀ ਸੀਗੀ ਡਾਕੀਏ ਦੀ ਸ਼ਿਕਾਇਤ ਬਾਰੇ। ਸੋ ਡਾਕੀਏ ਦੀ ਸ਼ਿਕਾਇਤ ਬਾਰੇ, ਜਿਵੇਂ ਇੱਕ ਦਫ਼ਤਰ ਦੇ ਵਿੱਚ 8-10 ਜਿਹੜੇ ਸਾਡੇ ਬਾਬੂ ਨੇ, ਕਲਰਕ ਨੇ, ਉਹ ਕੰਮ ਕਰਦੇ ਨੇ, ਤਾਂ ਵੱਖਰੇ ਵੱਖਰੇ ਬਾਬੂ ਕੋਲੇ ਵੱਖਰੇ ਵੱਖਰੇ ਵਿਸ਼ੇ ਨਾਲ ਜੁੜੀ ਹੋਈ ਚਿੱਠੀ ਜਿਹੜੀ ਉਹ ਪਹੁੰਚਦੀ ਹੈ। ਸ਼ਿਕਾਇਤ ਦੀ ਚਿੱਠੀ ਸਪੋਜ਼ ਕਰੋ ਸੁਨੀਲ ਜਿਹੜਾ ਬਾਬੂ ਹੈ ਸਾਡਾ ਉਹਦੇ ਕੋਲੇ ਜਾਏਗੀ। ਇਹ ਕੋਈ ਜ਼ਰੂਰੀ ਨਹੀਂ ਅਸੀਂ ਡਾਕੀਏ ਦੀ ਸ਼ਿਕਾਇਤ ਹੀ ਪੋਸਟ ਆਫਿਸ ਦੇ ਵਿੱਚ ਕਰਾਂਗੇ, ਅਸੀਂ ਡਾਕੀਏ ਦੀ ਤਾਰੀਫ ਵੀ ਕਰ ਸਕਦੇ ਹਾਂ ਕਿ ਜਿਹੜਾ ਡਾਕੀਆ ਬਹੁਤ ਵਧੀਆ ਕੰਮ ਕਰ ਰਿਹਾ, ਉਹਦੀ ਜਿਹੜੀ ਪ੍ਰਸ਼ੰਸਾ ਦੀ, ਵਡਿਆਈ ਦੀ ਜਿਹੜੀ ਚਿੱਠੀ ਹੈ, ਹੋ ਸਕਦਾ ਉਹ ਸੁਨੀਲ ਦੀ ਜਗ੍ਹਾ ਤੇ ਇੰਦਰਜੀਤ ਜਿਹੜਾ ਕਲਰਕ ਹੈ ਉਹਦੇ ਕੋਲ ਜਾਏ। ਔਰ ਤੁਹਾਡੀ ਇਸ ਤੋਂ ਇਲਾਵਾ ਤੁਸੀਂ ਚਿੱਠੀ ਲਿਖ ਸਕਦੇ ਹੋ ਪੋਸਟ ਆਫਿਸ ਨੂੰ ਕਿ ਮੇਰਾ ਪਾਰਸਲ ਹੈ, ਉਹ ਮੈਂ ਪਾਰਸਲ ਮੰਗਵਾਇਆ ਸੀਗਾ ਚੰਡੀਗੜ੍ਹ ਤੋਂ, ਕੁਝ ਕਿਤਾਬਾਂ ਮੰਗਵਾਈ ਸੀਗੀਆਂ, ਉਹਨਾਂ ਨੇ ਮੈਨੂੰ ਫੋਨ ਤੇ ਦੱਸਿਆ ਕਿ ਤੁਹਾਡਾ ਪਾਰਸਲ ਅਸੀਂ ਕਰਵਾ ਦਿੱਤਾ ਇਸ ਨੰਬਰ ਦੇ ਨਾਲ, ਪਰ ਉਹ ਅਜੇ ਤੱਕ ਮੈਨੂੰ ਮਿਲਿਆ ਨਹੀਂ, ਕਿਰਪਾ ਕਰਕੇ ਇਸ ਦੀ ਜਿਹੜੀ ਉਹ ਜਾਣਕਾਰੀ ਮੈਨੂੰ ਦਿੱਤੀ ਜਾਏ। ਇਹ 3 ਚਿੱਠੀਆਂ ਹੋ ਗਈਆਂ। ਹੁਣ ਇਹ ਤੀਸਰੀ ਚਿੱਠੀ ਤੀਸਰੇ ਬਾਬੂ ਕੋਲੇ ਜਾਂਦੀ ਹੈ। ਕੋਈ ਹੋਰ ਚਿੱਠੀ ਇਸ ਤਰੀਕੇ ਦੇ ਨਾਲ, ਵੱਖ-ਵੱਖ ਤਰੀਕੇ ਦੇ ਨਾਲ, ਜਿਹੜੀਆਂ ਵੱਖ-ਵੱਖ ਸਬਜੈਕਟ ਦੇ ਨਾਲ ਚਿੱਠੀਆਂ ਅਸੀਂ ਲਿਖਦੇ ਹਾਂ ਔਰ ਉਹ ਅਲੱਗ-ਅਲੱਗ ਹੀ ਡੀਲਿੰਗ ਕਲਰਕ ਦੇ ਕੋਲੇ ਜਾਂਦੀਆਂ ਵੀ ਨੇ। ਇਸ ਕਰਕੇ ਇੱਥੇ ਵਿਸ਼ਾ ਲਿਖਣਾ ਜ਼ਰੂਰੀ ਹੈ। ਸੇਮ ਇਸੇ ਦੇ ਓਪੋਜਿਟ ਮੈਂ ਫਿਰ ਨਿੱਜੀ ਚਿੱਠੀ ਦੇ ਵਿੱਚ ਲੈ ਕੇ ਜਾਵਾਂ ਰਿਸ਼ਤੇਦਾਰੀ ਦੇ ਵਿੱਚ, ਉੱਥੇ ਵਿਸ਼ਾ ਲਿਖਣ ਦੀ ਲੋੜ ਨਹੀਂ ਹੁੰਦੀ। ਕਿਉਂ ਨਹੀਂ ਲਿਖਣ ਦੀ ਲੋੜ ਹੁੰਦੀ? ਕਿਉਂਕਿ ਅਸੀਂ ਆਪਣੇ ਮਿੱਤਰ, ਦੋਸਤ, ਸਹੇਲੀ, ਮਾਂ, ਪਿਓ, ਭੈਣ, ਭਰਾ, ਮਤਲਬ ਰਿਸ਼ਤੇ ਦੇ ਵਿੱਚ ਲਿਖ ਰਹੇ ਆ। ਉਹ ਰਿਸ਼ਤੇ ਦੇ ਵਿੱਚ ਕੇਵਲ ਤੇ ਕੇਵਲ ਸਾਡਾ, ਸਮਾਜ ਦਾ ਨਹੀਂ ਹੈਗਾ। ਉਹ ਸਮਾਜ ਨੇ ਉਸਨੂੰ ਸਾਡੇ ਰਿਸ਼ਤੇ ਦੇ ਨਾਲ ਸੰਬੋਧਨ ਨਹੀਂ ਕਰਨਾ। ਉੱਥੇ ਅਸੀਂ ਚਿੱਠੀ ਦੀ ਸ਼ੁਰੂਆਤ ਕਰਦੇ ਹਾਂ ਸਤਿਕਾਰਯੋਗ, ਬੜੇ ਨੂੰ ਅਸੀਂ ਸਤਿਕਾਰਯੋਗ ਪਿਤਾ ਜੀ, ਮਾਤਾ ਜੀ, ਔਰ ਜੇ ਬਰਾਬਰ ਦਾ ਹੋਏ ਪਿਆਰੇ ਵੀਰ, ਛੋਟੇ ਵੀਰ। ਬੜਿਆਂ ਨੂੰ ਅਸੀਂ ਸਤਿਕਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਬਰਾਬਰ ਦੇ ਨੂੰ, ਹਾਣੀ ਨੂੰ ਜਾਂ ਛੋਟੇ ਨੂੰ ਪਿਆਰੇ ਦੇ ਨਾਲ ਕਰਕੇ ਸੰਬੋਧਨ ਕਰਦੇ ਹਾਂ। ਉਹਦੇ ਵਿੱਚ ਵਿਸ਼ਾ ਲਿਖਣ ਦੀ ਲੋੜ ਨਹੀਂ ਹੁੰਦੀ। ਵਿਸ਼ਾ ਲਿਖਣ ਦੀ ਜ਼ਰੂਰਤ ਹੁੰਦੀ ਹੈ ਦਫ਼ਤਰੀ ਚਿੱਠੀ ਦੇ ਵਿੱਚ। ਕਿਉਂ? ਕਿਉਂਕਿ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਆਉਂਦੀਆਂ ਨੇ ਔਰ ਇਹ ਚਿੱਠੀ ਮਾਰਕ ਜਦੋਂ ਅਧਿਕਾਰੀ, ਜਿਵੇਂ ਸਾਡੇ ਕਾਲਜ ਦੇ ਵਿੱਚ ਪ੍ਰਿੰਸੀਪਲ, ਜਿਹੜੀ ਅਸੀਂ ਕੋਈ ਚਿੱਠੀ ਲਿਖਦੇ ਹਾਂ, ਪ੍ਰਿੰਸੀਪਲ ਮੈਡਮ ਦੇ ਸਾਈਨ ਹੋਣ ਤੋਂ ਬਾਅਦ ਸੰਬੰਧਿਤ ਅਧਿਕਾਰੀ ਕੋਲੇ, ਜੇ ਪੰਜਾਬੀ ਦੀ ਸਮੱਸਿਆ ਤੁਹਾਨੂੰ ਕੋਈ ਆਉਂਦੀ ਹੈ ਤਾਂ ਪ੍ਰਿੰਸੀਪਲ ਦੀ ਜਿਹੜੀ ਚਿੱਠੀ ਉਹ ਮਾਰਕ ਮੇਰੇ ਨਾਂ ਤੇ ਹੋਏਗੀ। ਔਰ ਜੇਕਰ ਅੰਗਰੇਜ਼ੀ ਦੇ ਨਾਲ ਸੰਬੰਧਿਤ ਕੋਈ ਚਿੱਠੀ ਹੈ ਤਾਂ ਅੰਗਰੇਜ਼ੀ ਵਾਲੇ ਸਰ ਦੇ ਨਾਲ ਜਾਏਗੀ। ਜੇ ਸਪੋਰਟਸ ਦੀ ਕੋਈ ਦਿੱਕਤ ਹੈ ਤਾਂ ਸਪੋਰਟਸ ਨੂੰ ਜਾਏਗੀ। ਪਰ ਕਦੋਂ ਜਾਏਗੀ?
ਜਦੋਂ ਪ੍ਰਿੰਸੀਪਲ ਮੈਮ ਉਸਨੂੰ ਸਾਈਨ ਕਰਕੇ ਦੇ ਦੇਣਗੇ। ਸੋ ਉੱਥੇ ਸਬਜੈਕਟ ਲਿਖਣਾ ਜ਼ਰੂਰੀ ਹੈ, ਕਿਉਂਕਿ ਅਧਿਕਾਰੀ ਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਤੁਹਾਡੀ ਪੂਰੀ ਚਿੱਠੀ ਪੜ੍ਹੇ। ਕੇਵਲ ਤੇ ਕੇਵਲ ਸਬਜੈਕਟ ਨੂੰ ਜਿਹੜਾ ਵਿਸ਼ਾ ਅਸੀਂ ਲਿਖਦੇ ਹਾਂ, ਜਿਵੇਂ ਡਾਕੀਏ ਦੀ ਲਾਪਰਵਾਹੀ ਖਿਲਾਫ ਸ਼ਿਕਾਇਤ, ਉਸੇ ਦੇ ਆਧਾਰ ਤੇ ਉਹ ਚਿੱਠੀ ਜਿਹੜੀ ਹੈ ਸੰਬੰਧਿਤ ਅਧਿਕਾਰੀ ਨੇ ਉਸ ਕਲਰਕ ਦੇ ਨਾਮ ਮਾਰਕ ਕਰ ਦੇਣੀ ਹੈ। ਸੋ ਵਿਸ਼ੇ ਤੋਂ ਬਾਅਦ ਸ਼੍ਰੀਮਾਨ ਜੀ, ਸ਼੍ਰੀਮਤੀ ਜੀ, ਇਹ ਸਾਡੇ ਸਤਿਕਾਰ ਦੇ ਸ਼ਬਦ ਨੇ ਜਿਹੜੇ ਅਸੀਂ ਕਿ ਦਫ਼ਤਰੀ ਚਿੱਠੀ ਦੇ ਵਿੱਚ ਰਿਸਪੈਕਟ ਦੇ ਤੌਰ ਤੇ ਵਰਤਦੇ ਵੀ ਆ। ਹੁਣ ਜਿਹੜੀ ਉਸ ਤੋਂ ਬਾਅਦ ਕਈ ਵਾਰ ਚਿੱਠੀਆਂ ਜਿਹੜੀਆਂ ਅਸੀਂ ਲਿਖਦੇ ਹਾਂ, ਸੂਚਨਾ ਦੇਣ ਵਾਲੀਆਂ ਚਿੱਠੀਆਂ ਆਉਂਦੀਆਂ, ਮੈਂ ਆਪ ਜੀ ਦਾ ਧਿਆਨ ਇਸ ਪਾਸੇ ਲੈ ਕੇ ਆਉਣਾ ਚਾਹੁੰਦਾ, ਉਹ ਸੂਚਿਤ ਕਰਨਾ ਹੁੰਦਾ। ਇੱਥੇ ਸਾਡੀ ਸ਼ਿਕਾਇਤ ਹੈ, ਅਸੀਂ ਸ਼ਿਕਾਇਤ ਜਿਹੜੀ ਹੈ ਆਪਣੇ ਆਪ ਨੂੰ ਨੀਵੇਂ ਦਰਸਾ ਕੇ ਕਰਨੀ ਹੈ। ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਆਪ ਜੀ ਦੇ ਦਫ਼ਤਰ ਦੇ ਵਿੱਚ ਲੱਗੇ ਹੋਏ ਡਾਕੀਏ ਸ਼੍ਰੀ ਬਾਲ ਮੁਕੰਦ ਜੀ ਦੀ ਲਾਪਰਵਾਹੀ ਵੱਲ ਦਬਾਉਣਾ ਚਾਹੁੰਦਾ ਹਾਂ, ਜੋ ਕਿ ਸਾਡੇ ਮੁਹੱਲੇ ਦੇ ਵਿੱਚ ਹੀ ਚਿੱਠੀਆਂ ਵੰਡਦਾ। ਇਸ ਦੀ ਜਿਹੜੀ ਚਿੱਠੀਆਂ ਵੰਡਣ ਦੀ ਆਦਤ ਹੈ ਉਹ ਬਹੁਤ ਸੰਤੋਸ਼ਜਨਕ ਨਹੀਂ ਹੈ। ਇਹ ਚਿੱਠੀਆਂ ਵੰਡਣ ਦੇ ਵਿੱਚ ਅਕਸਰ ਲਾਪਰਵਾਹੀ ਕਰਦਾ। ਬਹੁਤ ਸਾਰੀ ਜ਼ਰੂਰੀ ਚਿੱਠੀਆਂ ਜਿਹੜੀਆਂ ਉਹ ਬਹੁਤ ਲੇਟ ਮਿਲਦੀਆਂ ਹਨ। ਕਈ ਵਾਰ ਕਿਸੇ ਦੀ ਰਜਿਸਟਰੀ ਕਿਸੇ ਵੀ ਮੁਹੱਲੇ ਦੇ ਬੰਦੇ ਤੋਂ ਸਾਈਨ ਕਰਾ ਕੇ ਵਾਪਸ ਚਲਾ ਜਾਂਦਾ, ਔਰ ਬਹੁਤ ਸਾਰੀ ਚਿੱਠੀਆਂ ਇਸ ਤਰੀਕੇ ਦੇ ਨਾਲ ਜਿਹੜੀ ਵੀ ਸਾਡੀ ਦਿੱਕਤਾਂ ਨੇ ਸਾਰੀਆਂ ਉਹ ਇਸ ਦੇ ਵਿੱਚ ਅਸੀਂ ਵਿੱਚ ਵਾਲੇ ਹਿੱਸੇ ਦੇ ਵਿੱਚ ਮੈਂਸ਼ਨ ਕਰਨੀਆਂ, ਜਿਸ ਨੂੰ ਅਸੀਂ ਪੂਰੀ ਚਿੱਠੀ ਦਾ ਜਿਹੜਾ ਸ਼ਰੀਰ ਕਹਿੰਦੇ ਆ, ਧੜ ਕਹਿੰਦੇ ਆ। ਉਸ ਤੋਂ ਬਾਅਦ ਹੁਣ ਮੈਨੂੰ ਜਦੋਂ ਪੂਰਾ ਲਿਖਦੇ ਤਾਂ ਫਿਰ ਭਰੋਸਾ ਵੀ ਜਿਹੜਾ ਹੈ ਅਸੀਂ ਉਹ ਦਰਸਾਉਣਾ ਹੁੰਦਾ ਆਪਣੇ ਅਧਿਕਾਰੀ ਦੇ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀ ਜਿਹੜੀ ਬੇਨਤੀ ਹੈ ਉਸ ਵੱਲ ਵਿਸ਼ੇਸ਼ ਧਿਆਨ ਦਿਓਗੇ ਔਰ ਡਾਕੀਏ ਬਾਲ ਮੁਕੰਦ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਓਗੇ, ਤਾਂ ਜੋ ਭਵਿੱਖ ਦੇ ਵਿੱਚ ਇਸ ਤਰੀਕੇ ਦੀ ਲਾਪਰਵਾਹੀ ਉਹ ਨਾ ਵਰਤੇ। ਸਾਰੀਆਂ ਦੀਆਂ ਚਿੱਠੀਆਂ ਸਮੇਂ ਸਿਰ ਸਾਰਿਆਂ ਨੂੰ ਮਿਲ ਜਾਣ। ਉਸ ਤੋਂ ਬਾਅਦ ਚਿੱਠੀ ਪੂਰੀ ਹੋ ਗਈ ਤਾਂ ਇੱਥੇ ਆਪ ਜੀ ਦਾ ਆਗਿਆਕਾਰੀ ਨਹੀਂ ਲਿਖਣਾ ਤੁਸੀਂ। ਕਈ ਵਾਰੀ ਵਿਦਿਆਰਥੀ ਸਾਰੇ ਉਹ ਰਟੀ ਰਟਾਈ ਚੀਜ਼ ਜਿਹੜੀ ਇਹ ਸ਼ਬਦਾਵਲੀ ਉਸ ਨੂੰ ਯੂਜ਼ ਕਰਦੇ ਆ। ਨਹੀਂ, ਕਿਉਂਕਿ ਅਸੀਂ ਸਰਕਾਰੀ ਅਧਿਕਾਰੀ ਨੂੰ ਚਿੱਠੀ ਲਿਖ ਰਹੇ ਆ, ਉੱਥੇ ਬੇਨਤੀ ਕਰਤਾ ਲਿਖ ਸਕਦੇ ਹੋ, ਤੁਸੀਂ ਵਿਨੈਕਾਰ ਲਿਖ ਸਕਦੇ ਹੋ ਹੇਠਾਂ। ਤਾਂ ਬੇਨਤੀ ਕਰਤਾ ਵਿਨੈਕਾਰ, ਆਪ ਜੀ ਦਾ ਆਗਿਆਕਾਰੀ ਨਹੀਂ ਲਿਖਣਾ, ਕਿਉਂਕਿ ਸਾਡਾ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ। ਅਸੀਂ ਕਾਲਜ ਦੇ ਵਿੱਚ ਆਗਿਆਕਾਰੀ ਹੁੰਦੇ ਆਪਣੇ ਗੁਰੂਆਂ ਦੇ ਬਣਦੇ। ਸੋ ਵਿਨੈਕਾਰ ਬੇਨਤੀ ਕਰਤਾ ਲਿਖਣ ਤੋਂ ਬਾਅਦ ਆਪਣਾ ਪਤਾ ਲਿਖਣਾ, ਊੜਾ ਆੜਾ ਈੜੀ ਪਤਾ ਲਿਖਣਾ ਹੇਠਾਂ, ਉਹ ਸਾਰਾ ਸਾਡੀ ਚਿੱਠੀ ਜਿਹੜੀ ਮੁਕੰਮਲ ਹੋ ਜਾਂਦੀ ਹੈ। ਕਿਸੇ ਤਰੀਕੇ ਦੇ ਨਾਲ ਅਸੀਂ ਆਪਣੇ ਇਲਾਕੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਕੋਈ ਸ਼ਿਕਾਇਤ ਲਿਖ ਸਕਦੇ ਆ, ਕੋਈ ਸੁਝਾਅ ਲਿਖ ਸਕਦੇ ਆ, ਰੋਡਵੇਜ਼ ਨੂੰ ਚਿੱਠੀ ਲਿਖ ਸਕਦੇ ਆ। ਜਿਵੇਂ ਕਿਸੇ ਅਖਬਾਰ ਦੇ ਐਡੀਟਰ ਨੂੰ ਸਮੱਸਿਆ ਅਸੀਂ ਲਿਖ ਸਕਦੇ ਹਾਂ ਜਦੋਂ ਸਾਡੀ ਕੋਈ ਸੋਲਵ ਨਹੀਂ ਹੁੰਦੀ, ਕਿ ਅਸੀਂ ਸ਼ਿਕਾਇਤਾਂ ਕਰ ਕਰਕੇ ਥੱਕ ਗਏ ਹਾਂ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਜਿਹੜੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਸਾਡੀ ਇਸ ਸਮੱਸਿਆ ਨੂੰ ਤੁਸੀਂ ਆਪਣੇ ਅਖਬਾਰ ਦੇ ਵਿੱਚ ਥਾਂ ਦਿਓ, ਤਾਂ ਜੋ ਸਾਡੀ ਸਮੱਸਿਆ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਔਰ ਸਰਕਾਰ ਦੇ ਮਾਰਫਤ ਇਹ ਸਮੱਸਿਆ ਸਾਡੀ ਸੰਬੰਧਿਤ ਅਧਿਕਾਰੀ ਤੱਕ ਪਹੁੰਚੇ, ਜਿਸ ਦੇ ਨਾਲ ਸਾਡੀ ਸਮੱਸਿਆ ਜਿਹੜੀ ਉਹ ਸੁਣਵਾਈ ਹੋ ਸਕੇ। ਇਹ ਤਰੀਕਾ ਚਿੱਠੀ ਲਿਖਣ ਦਾ। ਅਸੀਂ ਕਿਤਾਬਾਂ ਮੰਗਵਾਉਂਦੇ ਆ, ਕਿਸੇ ਵੀ ਪਬਲਿਸ਼ਰ ਤੋਂ ਮੰਗਵਾਉਂਦੇ ਆ, ਤਾਂ ਉੱਥੇ ਵੀ ਸੇਮ
ਜਿਹੜੀ ਇਸ ਤਰੀਕੇ ਦੀ ਅਧਿਕਾਰੀ ਵਰਗ ਨੂੰ ਜਿਹੜੀ ਚਿੱਠੀ ਲਿਖਦੇ ਆ, ਅਸੀਂ ਉਸ ਦੀ ਸ਼ੁਰੂਆਤ ਕਰਦੇ ਹਾਂ ਸੇਵਾ ਵਿਖੇ ਕੰਸਰਨਡ ਅਧਿਕਾਰੀ ਦਾ ਜਿਹੜਾ ਡੈਜੀਗਨੇਸ਼ਨ ਹੈ, ਅਹੁਦਾ, ਉਸ ਅਹੁਦੇ ਦਾ ਨਾਮ, ਔਰ ਅਹੁਦੇ ਤੋਂ ਬਾਅਦ ਉਹਦੇ ਦਫ਼ਤਰ ਦਾ ਨਾਮ, ਦਫ਼ਤਰ ਤੋਂ ਨਾਮ ਤੋਂ ਬਾਅਦ ਉਹਦਾ ਪਤਾ, ਡਿਸਟ੍ਰਿਕਟ ਦਾ ਨਾਮ ਲਿਖਣ ਤੋਂ ਬਾਅਦ ਵਿਸ਼ਾ ਅਸੀਂ ਉਸ ਦੇ ਵਿੱਚ ਦਰਜ ਕਰਦੇ ਹਾਂ, ਸਾਡੀ ਸਮੱਸਿਆ ਕੀ ਹੈ। ਮੈਂ ਫਿਰ ਇੱਕ ਵਾਰੀ ਜ਼ਰੂਰ ਗੱਲ ਕਰਾਂ ਕਿ ਅਸੀਂ ਵਿਸ਼ਾ ਕਿਉਂ ਲਿਖਦੇ ਹਾਂ। ਵਿਸ਼ਾ ਇਸ ਕਰਕੇ ਲਿਖਦੇ ਹਾਂ ਕਿਉਂਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਚਿੱਠੀਆਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚਦੀ ਹੈ। ਕਿਸੇ ਵੀ ਅਧਿਕਾਰੀ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਤੁਹਾਡੀ ਪੂਰੀ ਚਿੱਠੀ ਨੂੰ ਪੜ੍ਹੇ। ਕੇਵਲ ਤੇ ਕੇਵਲ ਵਿਸ਼ੇ ਦੇ ਆਧਾਰ ਤੇ ਤੁਹਾਡੀ ਚਿੱਠੀ ਜਿਹੜੀ ਹੈ ਉਹ ਮਾਰਕ ਹੁੰਦੀ ਹੈ। ਮਾਰਕ ਹੋਣ ਤੋਂ ਬਾਅਦ ਜਿਸਨੇ ਵੀ ਉਸ ਨੂੰ ਡੀਲ ਕਰਨਾ ਹੈ, ਸਮੱਸਿਆ ਨੂੰ ਹੱਲ ਕਰਨਾ ਦਾ, ਉਸ ਦੇ ਕੋਲੇ ਪਹੁੰਚ ਜਾਂਦੀ ਹੈ ਔਰ ਇਸ ਤਰੀਕੇ ਦੇ ਨਾਲ ਸਾਡੀ ਚਿੱਠੀ ਜਿਹੜੀ ਆ ਉਹ ਹੱਲ ਹੋ ਜਾਂਦੀ ਹੈ। ਬਹੁਤ ਬਹੁਤ ਧੰਨਵਾਦ। ਅਗਲੇ ਲੈਕਚਰ ਦੇ ਵਿੱਚ ਅਸੀਂ ਪ੍ਰਬੰਧਕੀ ਸ਼ਬਦਾਵਲੀ ਬਾਰੇ ਜਿਹੜੀ ਆ ਉਹ ਜਾਣਕਾਰੀ ਸਾਂਝੀ ਕਰਾਂਗੇ। ਧੰਨਵਾਦ ਜੀ।